ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਮੈਂ ਹਾਂ ਗੁਰਚੇਤ ਸਿੰਘ ਔਲਖ। ਦੋਸਤੋ, ਅੱਜ ਦੇ ਸ਼ੋਅ ਦੇ ਵਿੱਚ ਇੱਕ ਖਾਸ ਗੱਲਬਾਤ ਲੈ ਕੇ ਆਏ, ਉਹ ਵੀ ਯੂਕੇ ਨੂੰ ਲੈ ਕੇ। ਕਿਉਂਕਿ ਅੱਜ ਕੱਲ੍ਹ ਜਿਹੜਾ ਵਿਦਿਆਰਥੀ, ਜਿਹੜਾ ਸਟੂਡੈਂਟ ਹੈ, ਉਹਨੂੰ ਪੁੱਛੇ ਵੀ ਕਿੱਥੇ ਜਾਣਾ, ਉਹੀ ਕਹਿੰਦਾ ਵੀ ਅਸੀਂ ਯੂਕੇ ਜਾਣਾ। ਔਰ ਜੇ ਕਿਸੇ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਜਾ ਕੇ ਪੁੱਛੀਏ ਜਾਂ ਸਲਾਹ ਲਈਏ ਜੀ ਅਸੀਂ ਅਪਲਾਈ ਕਰਨਾ ਕਿੱਥੋਂ ਦਾ ਕਰੀਏ, ਤਾਂ ਉਹਨਾਂ ਦਾ ਵੀ ਕਹਿਣਾ ਇਹ ਹੁੰਦਾ ਵੀ ਯੂਕੇ ਦਾ ਕਰੋ। ਆਖਰ ਯੂਕੇ ਦਾ ਟਰੈਂਡ ਚੱਲਿਆ ਕਿਵੇਂ ਔਰ ਕੀ ਯੂਕੇ ਦੇ ਬੈਨੀਫਿਟ ਕੀ ਨੇ? ਕਿਉਂਕਿ ਪਹਿਲਾਂ ਤਾਂ ਜਦੋਂ ਕਲਾਇੰਟਸ ਜਿਹੜੇ ਕੋਲ ਜਾਈਦੇ ਸੀ ਉਹ ਕਹਿੰਦਾ ਸੀ ਚਲੋ ਜੀ ਕੈਨੇਡਾ ਦਾ ਕਰ ਦਿਓ, ਬਟ ਹੁਣ ਥੋੜ੍ਹੇ ਜਿਹੇ ਸਮੇਂ ਤੋਂ ਜਿਹੜਾ ਵੀ ਆ ਜਿਹਦੇ ਕੋਲ ਜਾਈਏ ਤਾਂ ਉਹ ਕਹਿੰਦਾ ਵੀ ਯੂਕੇ। ਔਰ ਯੂਕੇ ਟਰੈਂਡ ਕਿਉਂ ਬਣਿਆ, ਇਹ ਤੇ ਜਿਹੜੀ ਆਪਾਂ ਖਾਸ ਗੱਲਬਾਤ ਕਰਾਂਗੇ। ਸਾਡੇ ਨਾਲ ਤ੍ਰਿਵੇਦੀ ਓਵਰਸੀਜ਼ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਸ਼ੁਕਾਂਤ ਤ੍ਰਿਵੇਦੀ ਜੀ ਉਹ ਰਹਿਣਗੇ, ਉਹਨਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ। ਆਖਰ ਕਈਆਂ ਦੇ ਡਾਊਟ ਵੀ ਨੇ, ਕਈਆਂ ਦੇ ਸਵਾਲ ਜਿਹੜੇ ਉਹ ਅੜੇ ਹੋਏ ਵੀ ਅਸੀਂ ਜੇ ਯੂਕੇ ਦਾ ਅਪਲਾਈ ਕੀਤਾ, ਕਈ ਤਾਂ ਚਾਹੁੰਦੇ ਨੇ ਵੀ ਅਸੀਂ ਯੂਕੇ ਜਾਈਏ, ਪਰ ਕਈ ਸੋਚਦੇ ਨੇ ਵੀ ਜੇ ਅਸੀਂ ਯੂਕੇ ਦਾ ਅਪਲਾਈ ਕੀਤਾ ਕਿ ਉੱਥੇ ਪੀਆਰ ਮਿਲੂਗੀ ਜਾਂ ਉੱਥੇ ਪੀਆਰ ਦਾ ਕਿਵੇਂ ਸੰਭਵ ਹੋਊਗਾ ਅਸੀਂ ਫੈਮਿਲੀ ਕਰਨੀ। ਕਿਉਂਕਿ ਹਮੇਸ਼ਾ ਜਦੋਂ ਕੋਈ ਸੋਚਦਾ ਉਹੀ ਸੋਚਦਾ ਹੁੰਦਾ ਵੀ ਇਹ ਫੈਮਿਲੀ ਅਸੀਂ ਖੜਨੀ ਆ ਤਾਂ ਉੱਥੇ ਸੈਟਲਮੈਂਟ ਕਿਵੇਂ ਹੋਊਗੀ। ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਤ੍ਰਿਵੇਦੀ ਸਾਹਿਬ ਦਾ ਸਵਾਗਤ ਕਰਦੇ। ਤ੍ਰਿਵੇਦੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਥੈਂਕ ਯੂ ਜੀ, ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਦਾ, ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤ੍ਰਿਵੇਦੀ ਸਾਹਿਬ, ਜਿਵੇਂ ਨਾ ਇੱਕ ਟਰੈਂਡ ਜਿਹਾ ਬਣ ਗਿਆ ਵੀ ਜਿਹੜਾ ਕੋਈ ਸਟੂਡੈਂਟ ਆ, ਜਿਹੜਾ ਕੋਈ ਵਿਦਿਆਰਥੀ ਆ ਜਾਂ ਕਿਸੇ ਵੀ ਇਮੀਗ੍ਰੇਸ਼ਨ ਤੋਂ ਚਲੋ, ਜਦੋਂ ਉਹਨਾਂ ਦਾ ਸਵਾਲ ਹੀ ਹੁੰਦਾ ਵੀ ਜੇ ਅਪਲਾਈ ਕਰਨਾ ਤਾਂ ਸਿਰਫ ਯੂਕੇ ਦਾ ਕਰੋ। ਆਖਰ ਯੂਕੇ ਦਾ ਟਰੈਂਡ ਬਣਿਆ ਕਿਵੇਂ? ਮੈਂ ਤੁਹਾਡੇ ਨਾਲ ਨਾ ਥੋੜਾ ਜਿਹਾ ਇਤਫਾਕ ਨਹੀਂ ਰੱਖਦਾ ਇਸ ਗੱਲ। ਟਰੈਂਡ ਹਲੇ ਬਣਿਆ ਨਹੀਂ ਹੈ, ਬਣਨ ਵਾਲੇ ਰਸਤੇ ਤੇ ਹੈ। ਟਰੈਂਡ ਬਣਿਆ ਇਸ ਵੇਲੇ ਕੈਨੇਡਾ ਦਾ ਹੱਲੇ ਵੀ ਹੈਗਾ, ਉਹਨੂੰ ਮੈਂ ਭੇਡ ਚਾਲ ਕਵਾਂਗਾ। ਬਿਨਾਂ ਸੋਚੇ ਸਮਝੇ ਜਦੋਂ ਆਪਾਂ ਕਿਸੇ ਵੀ ਕੰਟਰੀ ਦਾ ਅਪਲਾਈ ਕਰਦੇ ਹਾਂ ਉਹਨੂੰ ਭੇਡ ਚਾਲ ਕਿਹਾ ਜਾਂਦਾ। ਔਰ ਯੂਕੇ ਵੀ ਜੇ ਅਪਲਾਈ ਕਰਨਾ ਸੋਚ ਸਮਝ ਕੇ ਉਹਦਾ ਨਫਾ ਨੁਕਸਾਨ ਕੀ ਹੈਗਾ, ਕੀ ਉਹਦੇ ਫਿਊਚਰ 'ਚ ਬੈਨੀਫਿਟ ਹੈਗੇ ਜਾਂ ਕੀ ਨੁਕਸਾਨ ਹੋ ਸਕਦਾ, ਸਾਰੀ ਗੱਲ ਸਮਝ ਕੇ ਫਿਰ ਯੂਕੇ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਕਿਤੇ ਵੀ ਅਪਲਾਈ ਕਰਨਾ ਕਰੋ। ਪਰ ਕੈਨੇਡਾ ਦੀ ਭੇਡ ਚਾਲ ਬਣੀ ਹੋਈ ਹੈ, ਜਿਹਨੂੰ ਇੱਕ ਮੈਂ ਕਹਾਂਗਾ ਉਹਦੇ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਵੀ ਕੈਨੇਡਾ ਜਾਣਾ ਚਾਹੁੰਦੇ ਜ਼ਰੂਰ ਜਾਓ, ਪਰ ਹਾਂ ਕਿਆ ਤੁਸੀਂ ਕੈਨੇਡਾ ਸਫਲ ਹੋ ਪਾਓਗੇ? ਕਿਆ ਕੈਨੇਡਾ ਤੁਹਾਡਾ ਵੀਜ਼ਾ ਲੱਗੇਗਾ? ਕਿਆ ਤੁਸੀਂ ਕੈਨੇਡਾ ਵੀਜ਼ਾ ਲਈ ਕੁਆਲੀਫਾਈ ਕਰਦੇ ਹੋ? ਇਹਨਾਂ ਤਿੰਨਾਂ ਸਵਾਲਾਂ ਦਾ ਜਵਾਬ ਜੇ ਹਾਂ ਚਾਹੁੰਦਾ ਤਾਂ ਕੈਨੇਡਾ ਅਪਲਾਈ ਕਰੋ। ਉਸੇ ਤਰੀਕੇ ਯੂਕੇ ਲਈ ਤੁਹਾਡੇ ਇਹਨਾਂ ਤਿੰਨਾਂ ਸਵਾਲਾਂ ਦਾ ਜਵਾਬ ਹਾਂ ਚਾਹੁੰਦਾ ਤਾਂ ਯੂਕੇ ਅਪਲਾਈ ਕਰੋ। ਅਦਰਵਾਈਜ਼ ਜਸਟ ਵੀ ਮੇਰਾ ਦੋਸਤ ਯੂਕੇ ਗਿਆ, ਮੇਰਾ ਭਰਾ ਉੱਥੇ ਹੈਗਾ, ਮੇਰਾ ਰਿਸ਼ਤੇਦਾਰ ਕੈਨੇਡਾ ਬੈਠਾ, ਇਹਨਾਂ ਚੀਜ਼ਾਂ ਨੂੰ ਲੈ ਕੇ ਕੈਨੇਡਾ ਜਾਂ ਯੂਕੇ ਕਦੀ ਵੀ ਅਪਲਾਈ ਨਾ ਕਰੋ। ਤਾਂ ਬਿਲਕੁਲ ਜੀ, ਤੁਹਾਡਾ ਹੈਲਪਲਾਈਨ ਨੰਬਰ ਥੱਲੇ ਦਿੱਤਾ ਸਕਰੀਨ ਦੇ ਉੱਪਰ। ਔਰ ਇੱਕ ਵਾਰ ਮੈਂ ਰਿਪੀਟ ਵੀ ਕਰ ਦੇਣਾ, ਤੁਸੀਂ ਕਾਲ ਕਰਕੇ ਲਾਈਵ ਸ਼ੋਅ ਦੇ ਵਿੱਚ ਜਿਹੜੀ ਆ ਜਾਣਕਾਰੀ ਉਹ ਲੈ ਸਕਦੇ ਜਿਹੜਾ। ਤੇ ਮੈਂ ਇੱਕ ਵਾਰ ਫੇਰ ਰਿਪੀਟ ਕਰ ਦੇਣਾ, ਜਿਹੜਾ ਨੰਬਰ ਸਾਡਾ 9216355355, ਇੱਥੇ ਤੁਸੀਂ ਕਾਲ ਕਰ ਸਕਦੇ ਹੋ। ਔਰ ਲਾਈਵ ਸ਼ੋਅ ਦੇ ਵਿੱਚ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤਾਂ ਤ੍ਰਿਵੇਦੀ ਸਾਹਿਬ ਸਾਡੇ ਨਾਲ ਨੇ, ਹਰ ਸਵਾਲ ਦਾ ਜਵਾਬ ਉਹ ਤਹਿ ਤੱਕ ਦੇਣਗੇ। ਤ੍ਰਿਵੇਦੀ ਸਾਹਿਬ, ਜਿਵੇਂ ਹੁਣ ਅੱਜ ਕੱਲ੍ਹ ਤੁਸੀਂ ਕਿਹਾ ਵੀ ਇਹ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਟਰੈਂਡ ਬਣ ਜਾਵੇ। ਆਖਰ ਯੂਕੇ ਦਾ ਜੇ ਕਿਸੇ ਨੇ ਅਪਲਾਈ ਕਰਨਾ ਹੈ, ਕਿਉਂਕਿ ਸੋਚਦੇ ਤਾਂ ਉਹੀ ਹੈ ਕਿ ਅਸੀਂ ਜਾਣਾ, ਬਾਹਰ ਜਾ ਕੇ ਸੈਟਲ ਵੀ ਹੋਣਾ, ਅਸੀਂ ਪਰਿਵਾਰ ਵੀ ਖੜਨਾ, ਤਾਂ ਜਿਵੇਂ ਤੁਸੀਂ ਕੈਨੇਡਾ ਦਾ ਵੀ ਜ਼ਿਕਰ ਕੀਤਾ ਸੀ, ਮੈਂ ਕਹਿੰਦਾ ਨਾਲ ਇਹਨੂੰ ਵੀ ਥੋੜ੍ਹਾ ਜਿਹਾ ਖਿੱਚ ਲਈਏ ਕੈਨੇਡਾ ਵੀ। ਤੇ ਜੇ ਯੂਕੇ ਦਾ ਅਪਲਾਈ ਕਰਨਾ ਕਿਸੇ ਨੇ ਤਾਂ ਔਰ ਜੇ ਉਹਦੇ ਲਈ ਬੈਸਟ ਜਿਹੜੀ ਆਪਸ਼ਨ ਉਹ ਕਿਹੜੀ ਰਹੂਗੀ, ਕੈਨੇਡਾ ਜਾਂ ਯੂਕੇ? ਦੇਖੋ, ਪਹਿਲੀ ਗੱਲ ਤੇ ਆਪਾਂ ਬਾਹਰ ਜਾਣਾ ਕਿਉਂ ਹੈ, ਇਸ ਸਵਾਲ ਦਾ ਜਵਾਬ ਮੈਂ ਜ਼ਰੂਰ ਚਾਹਨਾ ਤੁਹਾਡੇ ਤੋਂ। ਥੋੜ੍ਹੀਆਂ ਸਿੱਧੀਆਂ ਗੱਲਾਂ ਕਰਾਂਗੇ ਅੱਜ ਇਸ ਸ਼ੋਅ ਦੇ ਵਿੱਚ। ਬਾਹਰ ਕਿਉਂ ਜਾਣਾ? ਬਾਹਰ ਜਾਣਾ ਆਪਾਂ ਪੈਸੇ ਬਣਾਉਣ ਲਈ, ਕਰੀਅਰ ਬਣਾਉਣ ਲਈ, ਇੱਕ ਅੱਛੀ ਜ਼ਿੰਦਗੀ ਦੇ ਤਲਾਸ਼ ਦੇ ਵਿੱਚ, ਔਰ ਸਭ ਤੋਂ ਵੱਡੀ ਇੱਕ ਦਿਮਾਗ ਤੇ ਚੱਲੀ ਦੀ ਪੀਆਰ। ਪੀਆਰ ਜਿਹੜੀ ਨਾ, ਤੁਸੀਂ ਇੰਨਾ ਕੁ ਆਪਣੇ ਦਿਮਾਗ ਤੇ ਪੀਆਰ ਨੂੰ ਖਿਡਾ ਲੈਂਦੇ ਹੋ, ਇਹ ਤੁਹਾਡੇ ਦਿਮਾਗ 'ਚ ਹੋਰ ਕੁਝ ਆਉਂਦਾ ਹੀ ਨਹੀਂ ਹੋ। ਡੇ 1 ਤੋਂ ਸਟੂਡੈਂਟ ਲੈਂਡ ਕਰਦਾ ਕੈਨੇਡਾ ਵਿੱਚ ਜਾਂ ਆਸਟ੍ਰੇਲੀਆ 'ਚ ਜਾਂ ਯੂਕੇ ਦੇ ਵਿੱਚ, ਉਹਦੇ ਦਿਮਾਗ 'ਚ ਆਉਂਦਾ ਮੈਂ ਪੀਆਰ ਲੈਣੀ ਹੈਗੀ ਆ। ਹੁਣ ਪੀਆਰ ਹੋਣੀ ਕਿਸ ਤਰੀਕੇ ਨਾਲ ਹੈਗੀ, ਉਹਦਾ ਇੱਕ ਪ੍ਰੋਸੈਸ ਹੈਗਾ। ਤੁਸੀਂ ਆਪਣੀ ਪੜ੍ਹਾਈ ਕੰਪਲੀਟ ਕਰਦੇ ਹੋ, ਰੈਲੇਵੈਂਟ ਵਰਕ ਐਕਸਪੀਰੀਅੰਸ ਗੇਨ ਕਰਦੇ ਹੋ, ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਪੀਆਰ ਲੈ ਪਾਉਂਦੇ ਹੈਗੇ ਹੋ, ਜਿਹੜੇ ਵੀ ਕੰਟਰੀ ਦੀ ਲੈਣੀ ਆ। ਪਰ ਜੇ ਆਪਾਂ ਡੇ 1 ਤੋਂ ਆਪਣੇ ਦਿਮਾਗ 'ਚ ਪੀਆਰ ਨੂੰ ਘੁਮਾਈ ਜਾਵਾਂਗੇ ਨਾ, ਤੇ ਉਹ ਚੀਜ਼ ਸਾਨੂੰ ਮਿਲਣੀ ਨਹੀਂ ਹੈ। ਮੈਂ ਹਮੇਸ਼ਾ ਆਪਣੇ ਸਟੂਡੈਂਟਸ ਨੂੰ ਇਹੀ ਕਹਿੰਦਾ ਵੀ ਤੁਸੀਂ ਪੀਆਰ ਬਾਰੇ ਸੋਚਣਾ ਬੰਦ ਕਰੋ, ਆਪਣੀ ਲਾਈਫ ਬਾਰੇ ਸੋਚੋ, ਆਪਣੇ ਕੋਰਸ ਬਾਰੇ ਸੋਚੋ, ਆਪਣੇ ਕਰੀਅਰ ਬਾਰੇ ਸੋਚੋ, ਕਿਸ ਤਰ੍ਹਾਂ ਸਕਸੈਸਫੁਲੀ ਇਹ ਕੋਰਸ ਕੰਪਲੀਟ ਕਰਨਾ, ਕਿਸ ਤਰੀਕੇ ਨਾਲ ਅੱਗੇ ਜੌਬਸ ਵਧੀਆ ਲੈਣੀਆਂ। ਪੀਆਰ ਆਪਣੇ ਆਪ ਆ ਜਾਏਗੀ। ਜੇ ਪੀਆਰ ਬਾਰੇ ਸੋਚੋਗੇ ਤੇ ਇਹ ਚੀਜ਼ਾਂ ਅਚੀਵ ਕਰਨੀਆਂ ਬਹੁਤ ਔਖੀਆਂ ਹੋ ਜਾਂਦੀਆਂ। ਹੁਣ ਯੂਕੇ ਜਾ ਕੌਣ ਰਿਹਾ, ਕਿੰਨੇ ਜਾਣਾ ਯੂਕੇ? ਦੇਖੋ, ਕੈਨੇਡਾ ਇਸ ਲਈ ਗੱਲ ਸਪਸ਼ਟ ਹੈਗੀ ਹੈ, ਇੱਕ 'ਚੋਂ ਤੁਹਾਡਾ 5.5 ਦਾ ਸਕੋਰ ਹੈਗਾ, ਕੈਨੇਡਾ ਸਟੂਡੈਂਟ ਵੀਜ਼ਾ ਇਸ਼ੂ ਨਹੀਂ ਕਰ ਰਿਹਾ। 6 ਈਚ ਵਾਲੇ ਵੀ ਬਹੁਤ ਸਾਰੇ ਵੀਜ਼ਾਸ ਰਿਫਿਊਜ਼ ਹੋ ਰਹੇ ਨੇ ਕਿ ਕਈ ਵੀਜ਼ਿਆਂ ਨੂੰ 4 ਤੋਂ 6 ਮਹੀਨੇ ਪ੍ਰੋਸੈਸਿੰਗ ਟਾਈਮ ਲੈ ਰਿਹਾ ਕੈਨੇਡਾ। ਸਪਾਊਸ ਵੀਜ਼ੇ ਨੂੰ ਤੁਹਾਡੇ ਸਪਾਊਸ ਨੂੰ ਜਾਂਦੇ ਸਾਲ ਤੋਂ ਸਵਾ ਸਾਲ ਲੱਗ ਜਾਂਦਾ ਹੈਗਾ। ਪਹਿਲਾਂ ਸਿਰਫ ਸਟੂਡੈਂਟ ਜਾਂਦਾ ਹੈਗਾ, ਉਸ ਤੋਂ ਸਾਲ ਸਵਾ ਸਾਲ ਬਾਅਦ ਉਹਦਾ ਸਪਾਊਸ ਜਾਂਦਾ ਹੈਗਾ। ਸੋ ਕਿਤੇ ਨਾ ਕਿਤੇ ਫੈਮਲੀਜ਼ ਵੀ ਇਹਦੇ ਨਾਲ ਡਿਸਟਰਬ ਹੋ ਰਹੀਆਂ। ਪਿੱਛੇ ਅਸੀਂ ਦੇਖਿਆ ਪਿਛਲੇ ਸਾਲ
ਇੱਕ ਮੁੰਡੇ ਨੇ ਸੁਸਾਈਡ ਕਰ ਲਿਆ ਇੱਥੇ, ਉਹਨੂੰ ਲੱਗ ਰਿਹਾ ਸੀ ਮੇਰੀ ਵਾਈਫ ਮੈਨੂੰ ਬੁਲਾ ਨਹੀਂ ਰਹੀ। ਉਹਦੇ ਵਿੱਚ ਕਾਰ ਵਾਲੀ ਗੱਲ ਕੀ ਸੀ, ਜਦੋਂ ਸਾਲ ਸਵਾ ਸਾਲ ਲੱਗ ਜਾਣਾ, ਆਪਸ ਦੇ ਵਿੱਚ ਇਤਫਾਕ ਖਰਾਬ ਹੁੰਦਾ, ਆਪਸ ਦੇ ਵਿੱਚ ਬੇਵਿਸ਼ਵਾਸੀ ਹੁੰਦੀ ਹੈ। ਸੋ ਇਸ ਲਈ ਯੂਕੇ ਸਾਨੂੰ ਆਪਸ਼ਨ ਦੇ ਰਿਹਾ ਵੀ ਦੋਨੋਂ ਹਸਬੈਂਡ ਵਾਈਫ ਇਕੱਠੇ ਜਾ ਰਹੇ ਨੇ, ਡੇ 1 ਤੋਂ ਸਪਾਊਸ ਕੰਮ ਕਰ ਰਿਹਾ ਹੈਗਾ। ਇੱਕ ਕੈਲਕੂਲੇਸ਼ਨ ਦੇ ਹਿਸਾਬ ਨਾਲ ਜਿਹੜੀ ਮੈਂ ਅੱਗੇ ਵੀ ਕਈ ਵਾਰੀ ਆਪਣੇ ਸ਼ੋਜ਼ ਵਿੱਚ ਸ਼ੇਅਰ ਕਰ ਚੁੱਕਾ ਹਾਂ, ਸਾਰੀ ਗੱਲ ਇੱਕ ਸਾਈਡ ਤੇ ਕਰ ਦਿਓ। 1 ਸਾਲ ਦੀ ਮਾਸਟਰਸ ਡਿਗਰੀ ਕਰ ਰਹੇ ਹੋ ਅਸੀਂ ਯੂਕੇ 'ਚ, 2 ਸਾਲ ਦਾ ਵਰਕ ਪਰਮਿਟ ਮਿਲ ਰਿਹਾ ਤੁਹਾਨੂੰ। ਜੇ ਸਪਾਊਸ ਨਾਲ ਜਾ ਰਹੇ ਹੋ, ਇਹਨਾਂ 3 ਸਾਲਾਂ ਦੇ ਐਂਡ ਦੇ ਵਿੱਚ ਸਾਰੇ ਖਰਚੇ ਨਿਕਾਲ ਕੇ ਤੁਹਾਡੇ ਕੋਲ ਆਪਣੀ 1.5 ਪੌਣੇ 2 ਕਰੋੜ ਰੁਪਏ ਦੀ ਸੇਵਿੰਗ ਹੋਏਗੀ, ਜਿਹਦੇ ਨਾਲ ਦੁਨੀਆ ਦੇ ਕਿਸੇ ਵੀ ਕੋਨੇ 'ਚ ਸੈਟਲਮੈਂਟ ਕਰ ਸਕਦੇ ਹੋ। ਔਰ ਯੂਕੇ ਦੀ ਸੈਟਲਮੈਂਟ ਬਹੁਤ ਵਧੀਆ ਤਰੀਕੇ ਨਾਲ ਪੋਸੀਬਲ ਹੈ, ਇਸ ਵੇਲੇ ਹੋ ਰਹੀ ਹੈ। ਆਈ ਐਮ ਸੀਇੰਗ ਜਿਹੜੇ ਕਲਾਇੰਟਸ ਮੇਰੇ ਸਟੂਡੈਂਟਸ ਗਏ ਹੋਏ ਨੇ, ਉਹ ਸੈਟਲਮੈਂਟ ਵਾਲੇ ਪਾਸੇ ਪਹੁੰਚ ਰਹੇ ਨੇ। ਤਾਂ ਤ੍ਰਿਵੇਦੀ ਸਾਹਿਬ, ਜਿਵੇਂ ਹੁਣ ਤੁਸੀਂ ਕਿਹਾ ਵੀ ਯੂਕੇ ਦਾ ਤੁਸੀਂ ਸਪਾਊਸ ਦੇ ਨਾਲ ਕਰ ਸਕਦੇ ਹੋ, ਔਰ ਸਪਾਊਸ ਨੂੰ ਲੈ ਕੇ ਨਾ ਇੱਕ ਡਾਊਟ ਹਮੇਸ਼ਾ ਸਟੂਡੈਂਟ ਦੇ ਦਿਲ ਦੇ ਵਿੱਚ ਹੁੰਦਾ ਕਿ ਯਾਰ ਜੇ ਅਸੀਂ ਸਪਾਊਸ ਕਰਦੇ ਹਾਂ, ਕਿ ਸਾਡੀ ਇੰਟਰਵਿਊ ਦੇ ਚਾਂਸ ਹੈਗੇ ਨੇ ਸਪਾਊਸ ਦੇ ਵਿੱਚ? ਦੇਖੋ, ਇੰਟਰਵਿਊ ਯੂਨੀਵਰਸਿਟੀਜ਼ ਸਾਰੀਆਂ ਲੈ ਰਹੀਆਂ ਨੇ ਯੂਕੇ ਦੀਆਂ ਇਸ ਲਈ ਕੋਈ ਐਸੀ ਯੂਨੀਵਰਸਿਟੀ ਨਹੀਂ ਜਿਹੜੀ ਬਿਨਾਂ ਇੰਟਰਵਿਊ ਤੋਂ ਤੁਹਾਨੂੰ ਕੈਸ਼ ਦੇ ਰਹੀ ਹੈਗੀ ਆ, ਆਫਰ ਲੈਟਰ ਦੇ ਰਹੀ ਹੈ। ਅੰਬੈਸੀ ਕਿਸੇ ਦੀ ਵੀ ਇੰਟਰਵਿਊ ਕਰ ਸਕਦੀ ਹੈਗੀ ਹੈ, ਰੈਂਡਮਲੀ ਹੁੰਦੀਆਂ ਉਹ। ਪਿਛਲੀ 2 ਇਨਟੇਕ ਤੋਂ ਅੰਬੈਸੀ ਵੱਲੋਂ ਇੱਕ ਵੀ ਇੰਟਰਵਿਊ ਨਹੀਂ ਆਈ ਹੈਗੀ ਹੈ, ਚਾਹੇ ਉਹ ਸਿੰਗਲ ਐਪਲੀਕੈਂਟ ਸੀ, ਚਾਹੇ ਸਪਾਊਸ ਸੀਗਾ, ਨਾਟ ਈਵਨ 1 ਇੰਟਰਵਿਊ। ਮੇਰੇ ਕੋਲ ਇੱਕ ਵੀ ਇੰਟਰਵਿਊ ਨਹੀਂ ਆਈ। ਪਰ ਇਹਦਾ ਇਹ ਮਤਲਬ ਨਹੀਂ ਅਗਲੀ ਇਨਟੇਕ 'ਚ ਨਹੀਂ ਆਣਗੀਆਂ ਜਾਂ ਇੰਟਰਵਿਊ ਲੈਣੀਆਂ ਬੰਦ ਕਰ ਦਿੱਤੀਆਂ ਅੰਬੈਸੀ ਨੇ, ਐਸਾ ਕੁਝ ਨਹੀਂ ਹੈਗਾ, ਰੈਂਡਮਲੀ ਹੁੰਦੀਆਂ। ਹਾਂ, ਅੰਬੈਸੀ ਨੇ ਯੂਨੀਵਰਸਿਟੀਜ਼ ਨਾਲ ਜੋ ਗਾਈਡਲਾਈਨਸ ਦਿੱਤੀਆਂ ਯੂਨੀਵਰਸਿਟੀ ਉੱਤੇ ਕੰਮ ਕਰ ਰਹੀਆਂ ਨੇ। ਸੋ ਯੂਨੀਵਰਸਿਟੀਜ਼ ਇੰਟਰਵਿਊ ਕਰਕੇ ਮੇਕ ਸ਼ੋਰ ਕਰ ਰਹੀਆਂ ਨੇ ਵੀ ਜਿਹੜਾ ਐਪਲੀਕੈਂਟ ਜਾ ਰਿਹਾ ਹੈਗਾ ਉਸ ਯੂਨੀਵਰਸਿਟੀ ਦੇ ਥਰੂ ਉਹ ਜੈਨੂਇਨ ਹੈਗਾ। ਸੋ ਉਸ ਕਰਕੇ ਅੰਬੈਸੀ ਇੰਟਰਵਿਊਜ਼ ਬਹੁਤ ਘਟ ਗਈਆਂ ਨੇ, ਬਟ ਇਟ ਕੈਨੋਟ ਬੀ ਰੂਲਡ ਆਊਟ, ਕਿਸੇ ਦੀ ਵੀ ਇੰਟਰਵਿਊ ਅੰਬੈਸੀ ਕਰ ਸਕਦੀ, ਉਹਨਾਂ ਦਾ ਰਾਈਟ ਹੈ। ਤਾਂ ਨਹੀਂ, ਵੈਸੇ ਤ੍ਰਿਵੇਦੀ ਸਾਹਿਬ ਜਿਵੇਂ ਤੁਸੀਂ ਕਿਹਾ ਵੀ ਇੰਟਰਵਿਊ ਹੋ ਸਕਦੀ, ਇਹ ਮੇਨ ਐਪਲੀਕੈਂਟ ਦੀ ਹੋਊਗੀ ਜਾਂ ਸਪਾਊਸ ਦੀ ਜਿਹੜਾ ਨਾਲ ਜਾ ਰਿਹਾ ਉਹਦੀ ਹੋਊਗੀ? ਕਿਸੇ ਦੀ ਵੀ। ਦੇਖੋ, ਮੇਨ ਐਪਲੀਕੈਂਟ ਦੀ ਜਨਰਲੀ ਹੁੰਦੀ ਹੈ, ਸਪਾਊਸ ਦੀ ਹੋਵੇ ਜੇ ਕਿਤੇ ਅੰਬੈਸੀ ਨੂੰ ਸ਼ੱਕ ਹੈ ਤੁਹਾਡੇ ਰਿਲੇਸ਼ਨਸ਼ਿਪ ਤੇ, ਦੈਨ ਦੇ ਮਾਈਟ। ਬਟ ਪਿਛਲੇ 3 ਸਾਲ ਤੋਂ ਯੂਕੇ ਚੱਲ ਰਿਹਾ ਹੈਗਾ, ਆਲਮੋਸਟ 2.5 ਪੌਣੇ 3 ਸਾਲ ਤੋਂ ਆਈ ਹੈਵਨਟ ਸੀਨ ਇੱਕ ਵੀ ਇੰਟਰਵਿਊ ਜਿੱਥੇ ਸਪਾਊਸ ਦੀ ਇੰਟਰਵਿਊ ਹੋਈ ਹੋਵੇ। 2.5 ਪੌਣੇ 3 ਸਾਲ ਸਿਰਫ ਗਿਣਤੀ ਦੀਆਂ 5 ਜਾਂ 6 ਅੰਬੈਸੀ ਨੇ ਇੰਟਰਵਿਊਜ਼ ਕੀਤੀਆਂ, ਉਹ ਵੀ ਪਿਛਲੇ 2 ਇਨਟੇਕਸ ਤੋਂ ਇੱਕ ਵੀ ਨਹੀਂ ਹੋਈ। ਤਾਂ ਫਿਰ ਯੂਕੇ ਡਿਮਾਂਡ ਕੀ ਕਰਦਾ? ਡਾਕੂਮੈਂਟਸ ਜੇ ਜ਼ਿਕਰ ਦੇਖੋ, ਯੂਕੇ ਡਿਮਾਂਡ ਇਹ ਕਰਦਾ, ਯੂਕੇ ਨੇ ਗੇਮ ਛੱਡੀ ਸਾਰੀ ਦੀ ਸਾਰੀ ਯੂਨੀਵਰਸਿਟੀ ਦੇ ਹੱਥ ਵਿੱਚ। ਯੂਨੀਵਰਸਿਟੀ ਤੁਹਾਡੇ ਡਾਕੂਮੈਂਟਸ ਦੇਖ ਕੇ, ਤੁਹਾਡੀ ਇੰਗਲਿਸ਼ ਨੂੰ ਗੌਜ ਕਰਕੇ, ਤੁਹਾਡੇ ਫਾਈਨੈਂਸ਼ੀਅਲਸ ਦੇਖ ਕੇ ਤੁਹਾਨੂੰ ਕਾਸ ਇਸ਼ੂ ਕਰਦੀ ਹੈ, ਕਨਫਰਮੇਸ਼ਨ ਆਫ ਐਕਸੈਪਟੈਂਸ ਆਫ ਸਟੱਡੀਜ਼, ਉਹ ਇਸ਼ੂ ਕਰਦੀ ਹੈਗੀ। ਉਹਦੇ ਉੱਤੇ ਉਹਨੇ ਲਿਖਿਆ ਹੁੰਦਾ ਵੀ ਅਸੀਂ ਇਹਨਾਂ ਦੇ ਆਹ 4 ਡਾਕੂਮੈਂਟਸ ਦੇਖੇ ਨੇ, ਤੁਸੀਂ ਉਹ ਡਾਕੂਮੈਂਟਸ ਅੰਬੈਸੀ ਸਬਮਿਟ ਕਰ ਦਿੰਦੇ ਹੋ, ਅੰਬੈਸੀ ਉਹਨਾਂ ਦੀ ਜੈਨੂਇਨਨੈਸ ਚੈੱਕ ਕਰ ਲੈਂਦੀ, ਤੁਸੀਂ ਜੋ ਐਕੈਡਮਿਕਸ ਸਬਮਿਟ ਕੀਤੇ ਜੈਨੂਇਨ ਨੇ, ਤੁਸੀਂ ਜੋ ਫੰਡ ਸਬਮਿਟ ਕੀਤੇ ਹੋ ਜੈਨੂਇਨ ਨੇ, ਤੁਸੀਂ ਕੋਈ ਲੈਂਗੁਏਜ ਦੇ ਆਪਣੇ ਰਿਜ਼ਲਟ ਸਬਮਿਟ ਕੀਤੇ ਹੋ ਜੈਨੂਇਨ ਨੇ, ਜੇ ਸਭ ਕੁਝ ਜੈਨੂਇਨ ਹੈ ਤੇ ਵੀਜ਼ਾ ਅੰਬੈਸੀ ਇਸ਼ੂ ਕਰ ਦਿੰਦੀ ਹੈ। लो जी, कॉल का सिलसिला भी शुरू हो गया। हाँ जी सर, मैं गुरविंदर गल कर रहा जलंधर तो। जी गुरविंदर जी बोलो। हाँ जी, त्रिवेदी ओवरसीज से सर। हाँ जी, त्रिवेदी ओवरसीज से बोल रहे हैं गुरविंदर जी, बोलो जी। हाँ जी सर, मैं प्रोफाइल शेयर करनी थी यूके स्टडी वीजा रिगार्डिंग जी। हाँ जी सर, मैं 2007 से 10th की थी सर विद 71%। ओके। हाँ जी, देन 12th की थी सर 2009 कॉमर्स से की थी मैं 6%। ठीक है। प्लस 2 इंग्लिश से सर मेरे 70% है विद पंजाब बोर्ड से सर मैं। ठीक है जी, उस तो बाद बैचलर्स कीती है उसी? हाँ जी सर, 2013 से पीटीए कीती मैं 53%। 53% आइल्स कीता उसी? हाँ जी सर, पीटीए कीती, पीटी की स्कोर है पीटी दा? सर 57 ओवरऑल, नॉट लेस देन 53। एंड ए पीटी यूके भी आई है कि नॉर्मल पीटी है? सर नॉर्मल। ठीक है। गुरविंदर, मैं कॉल थोड़ा कट रहा उसी शो च अपने ना सवाल का जवाब मेरे को सुन सकते हैं, ठीक है? ओके। देखो ਹੁਣ ਜਿਸ ਤਰ੍ਹਾਂ ਪ੍ਰੋਫਾਈਲ ਆਇਆ ਸਾਡੇ ਕੋਲ ਜੀ, 2013 ਦੀ ਸ਼ਾਇਦ ਇਹਨਾਂ ਨੇ ਬੈਚਲਰਸ ਦੱਸੀ, ਇਹਨਾਂ ਨੇ 9 ਸਾਲ ਦਾ ਗੈਪ ਹੋ ਗਿਆ। 9 ਸਾਲ ਦਾ ਜੇ ਤੁਹਾਡੇ ਕੋਲ ਪ੍ਰੋਪਰ ਵਰਕ ਐਕਸਪੀਰੀਅੰਸ ਹੈਗਾ, ਡਾਕੂਮੈਂਟਸ ਹੈਗੇ ਉਹਦੇ ਜਿਹਨੂੰ ਕਿ EMPLOYER ਦੇ ਕੋਲੋਂ ਵੈਰੀਫਾਈ ਵੀ ਅਸੀਂ ਕਰ ਸਕਦੇ ਹਾਂ। ਪੀਟੀ 'ਚ ਸਕੋਰ ਤੁਹਾਡਾ ਸੀਗਾ 57, no less than 53। ਯੈਸ, ਦੇਅਰ ਆਰ ਆਪਸ਼ਨਸ ਜਿੱਥੇ ਡਾਇਰੈਕਟ ਯੂਨੀਵਰਸਿਟੀ ਵਿੱਚ ਵੀ ਤੁਹਾਨੂੰ ਮਾਸਟਰਸ ਦਿੱਤੀ ਜਾ ਸਕਦੀ ਹੈ, ਜਾਂ ਪ੍ਰੀ ਮਾਸਟਰਸ ਦੇ ਰੂਟ ਤੋਂ ਵੀ। ਪ੍ਰੀ ਮਾਸਟਰਸ ਕੀ ਹੁੰਦਾ ਹੁਣ, ਇਹ ਵੀ ਸੁਣਨ ਵਾਲੀ ਗੱਲ ਹੈ ਜੀ। ਜਿੱਥੇ ਤੁਸੀਂ ਡਾਇਰੈਕਟਲੀ ਮਾਸਟਰਸ ਦੀ ਕੁਆਲੀਫਾਈ ਨਹੀਂ ਕਰ ਰਹੇ ਹੈਗੇ ਹੋ, ਬਹੁਤ ਸਾਰੀ ਯੂਨੀਵਰਸਿਟੀਜ਼ ਤੁਹਾਨੂੰ ਪਹਿਲਾਂ 6 ਮਹੀਨੇ ਦਾ, 1 ਸਮੈਸਟਰ ਦਾ ਪ੍ਰੀ ਮਾਸਟਰਸ ਕਰਾਉਂਦੀਆਂ ਨੇ, ਦੈਨ ਯੂ ਮੂਵ ਔਨ ਟੂ ਦਾ ਮੇਨ ਮਾਸਟਰਸ ਡਿਗਰੀ। ਸੋ ਹਾਈਲੀ ਲਾਈਕਲੀ ਤੁਹਾਨੂੰ, ਕਿਉਂਕਿ ਗੈਪ ਵੀ ਹੈਗਾ, ਸੋ ਪ੍ਰੀ ਮਾਸਟਰਸ ਦੇ ਬੇਸ ਦੇ ਉੱਤੇ ਹੀ ਆਪਾਂ ਨੂੰ ਲੈਣਾ ਪਏਗਾ ਜੀ ਐਡਮਿਸ਼ਨ। ਐਂਡ ਇਟ ਇਜ਼ ਪੋਸੀਬਲ ਗੈਪ ਤੋਂ ਬਾਅਦ ਵੀ ਯੂਕੇ ਦੇ ਵੀਜ਼ਾਸ ਬਹੁਤ ਵਧੀਆ ਨਿਕਲਦੇ ਨੇ। ਤਾਂ ਤ੍ਰਿਵੇਦੀ ਸਾਹਿਬ, ਜਿਵੇਂ ਇਹਨਾਂ ਨੇ ਕਿਹਾ ਵੀ 2013 ਦੀ ਸਾਡੇ ਕੋਲ ਬੈਚਲਰ ਕੀਤੀ ਹੋਈ ਆ, ਉਸ ਤੋਂ ਬਾਅਦ ਵੀ ਸ਼ਾਇਦ ਇਹਨਾਂ ਨੂੰ ਐਕਸਪੀਰੀਅੰਸ ਹੈਗਾ, ਪਰ ਇਹਦੇ 'ਚ ਜੇ ਗੱਲ ਕਰ ਲਈ ਆਪਾਂ ਡਾਇਰੈਕਟ
ਵੀ ਯੂਕੇ ਦੇ ਵਿੱਚ ਗੈਪ ਕਿੰਨਾ ਕੁ ਜਿਹੜਾ ਉਹ ਤੁਹਾਨੂੰ ਚੱਲ ਸਕਦਾ ਐਕਸੈਪਟ ਹੈਗਾ, ਜਾਂ ਕੀ ਚੀਜ਼ ਇਹਦੀ ਰਿਕੁਆਇਰਮੈਂਟ ਸਟੱਡੀ ਅਗੇਨ ਇਹੋ ਜਿਹਾ ਨਾ ਕੋਈ ਫਿਕਸਡ ਪੈਰਾਮੀਟਰਸ ਨਹੀਂ ਹੈਗੇ ਵੀ 6 ਸਾਲ ਦਾ ਗੈਪ ਚੱਲਣਾ ਹੈ, 10 ਸਾਲ ਦਾ ਗੈਪ ਚੱਲਣਾ, ਨੋ। ਜੇ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੈਗਾ, ਤੁਸੀਂ ਕੋਈ ਬੰਦਾ 35 ਸਾਲ ਦੀ ਉਮਰ ਵਿੱਚ ਵੀ ਸੋਚ ਸਕਦਾ ਮੈਂ ਪੜ੍ਹਾਈ ਕਰਨੀ ਹੈ। ਜੇ ਯੂਨੀਵਰਸਿਟੀ ਤੁਹਾਨੂੰ ਦਾਖਲਾ ਦੇ ਰਹੀ ਹੈ ਤਾਂ ਐਮਬੈਸੀ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹੈ। ਹਾਂ, ਜਿੱਥੇ 12ਵੀਂ ਦੀ ਗੱਲ ਕਰਦੇ ਹਾਂ, ਜੇ 12ਵੀਂ 2012-13 ਦੀ ਕੀਤੀ, ਹੁਣ ਆਪਾਂ ਕਹਿੰਦੇ ਦੁਬਾਰਾ ਪੜ੍ਹਾਈ ਕਰਨੀ ਹੈ, ਉਹ ਜੈਨੂਇਨ ਨਹੀਂ ਲੱਗਦਾ। 12th ਮੈਕਸਿਮਮ 2018 ਤੱਕ ਦੀ ਐਕਸੈਪਟ ਕਰਦੀਆਂ ਯੂਕੇ ਦੀ ਯੂਨੀਵਰਸਿਟੀਜ਼। बैचलर्स की है, चाहे 10 साल का गैप है, 12 साल का गैप है, हार्डली मैटर्स। यस, यू कैन प्रूव टू द यूनिवर्सिटी योर वर्क एक्सपीरियंस इज जेन्युइन, दैट्स ओके। ਤਰਵੇਦੀ ਸਾਹਿਬ ਇੱਕ ਗੱਲ ਰੁਕਦੀ ਤੁਹਾਡੀ, ਮਤਲਬ ਹੁਣੇ ਤੁਸੀਂ ਕਿਹਾ ਵੀ ਪੀਟੀ ਦੇ ਸਕੋਰ ਇੰਨੇ ਨੇ, ਫਿਰ ਕੋਈ ਆਈਲੈਟਸ ਵਾਲਾ ਸਟੂਡੈਂਟ ਆ ਕੇ ਵੀ ਉਹਨੇ ਕਹਿਤਾ ਵੀ ਇੰਨੇ, ਫਿਰ ਆਖਰ ਇੱਕ ਬੋਰਡ ਲੱਗਾ ਹੁੰਦਾ, ਜੇ ਸੜਕ ਤੇ ਦੇਖ ਲਓ ਜਾਂ ਫੇਸਬੁੱਕ ਤੇ ਸਕਰੋਲ ਕਰਦਾ ਜੀ ਬਿਨਾ ਆਈਲੈਟਸ ਤੋਂ ਯੂਕੇ ਜਾਓ, ਸਿੱਧਾ ਯੂਕੇ, ਵੀ ਉਹਦਾ ਕਿੰਨਾ ਕੁ ਸੱਚ ਹੈ? ਦੇਖੋ ਉਹਦੇ 'ਚ ਨਾ ਇੱਕ ਉਹਦੇ ਉੱਪਰ ਸਟਾਰ ਲੱਗਿਆ ਹੁੰਦਾ, ਕੰਡੀਸ਼ਨਸ ਅਪਲਾਈ। ਤੁਸੀਂ 12ਵੀਂ 2020 ਜਾਂ 21 'ਚ ਕੀਤੀ ਹੈਗੀ ਹੈ, ਇੰਗਲਿਸ਼ ਮੀਡੀਅਮ 'ਚ ਆਪਣੀ ਸਾਰੀ ਪੜ੍ਹਾਈ ਕੀਤੀ ਹੈ, ਇੰਗਲਿਸ਼ 'ਚੋਂ ਸਕੋਰ ਤੁਹਾਡਾ 70% ਆਇਆ ਹੋਇਆ 12ਵੀਂ ਦੇ ਵਿੱਚ, ਯੈਸ ਅਸੀਂ ਵੀ ਤੁਹਾਨੂੰ ਬਿਨਾਂ ਆਈਟਸ ਤੋਂ ਭੇਜ ਸਕਦੇ ਹਾਂ। ਤੁਸੀਂ ਆਪਣੀ ਬੈਚਲਰਸ 2019-20 'ਚ ਕੀਤੀ ਹੈਗੀ ਜਾਂ 21 'ਚ ਕੀਤੀ ਹੈਗੀ ਹੈ, ਬੈਚਲਰਸ ਤੋਂ ਤੁਹਾਡਾ ਟੋਟਲ ਸਕੋਰ 60% ਤੋਂ ਉੱਪਰ ਹੈਗਾ, ਇੰਗਲਿਸ਼ ਮੀਡੀਅਮ 'ਚ ਪੜ੍ਹਾਈ ਕੀਤੀ ਹੈ, 12ਵੀਂ 'ਚ ਤੁਹਾਡੇ ਇੰਗਲਿਸ਼ 'ਚੋਂ ਨੰਬਰ 60 ਤੋਂ ਉੱਪਰ ਹੈਗੇ ਆ, 60% ਤੋਂ ਉੱਪਰ ਹੈਗੇ ਆ, ਯੈਸ ਬਿਨਾਂ ਆਈਟਸ ਤੋਂ ਤੁਹਾਨੂੰ ਮਾਸਟਰਸ ਵਿੱਚ ਵੀ ਭੇਜ ਸਕਦੇ ਹਾਂ। ਸੋ ਜੇ ਆਪਾਂ 12ਵੀਂ ਕੀਤੀ ਹੈ 2018 ਦੀ 19 ਦੀ, ਨੰਬਰ ਹੈਗੇ 55%, ਆਪਣੇ ਇੰਗਲਿਸ਼ 'ਚੋਂ ਨਹੀਂ ਭੇਜ ਸਕਦੇ। ਉਹ ਜਿਹੜਾ ਕਹਿੰਦਾ ਉਹ ਕਿਤੇ ਨਾ ਕਿਤੇ ਤੁਹਾਡੇ ਡਾਕੂਮੈਂਟਸ ਨਾਲ ਖਿਲਵਾੜ ਹੋ ਰਿਹਾ, ਛੇੜਖਾਨੀ ਹੋ ਰਹੀ ਹੈ। ਕੱਲ ਨੂੰ ਜਦੋਂ ਉੱਥੇ ਜਾ ਕੇ ਆਪਾਂ ਵੀਜ਼ਾਸ ਵੀ ਚੇਂਜ ਕਰਨੇ ਨੇ, ਉਹ ਗੱਲ ਉਦੋਂ ਸਾਹਮਣੇ ਆਏਗੀ ਔਰ ਬੈਨ ਲੱਗ ਜਾਣੇ। ਤਰਵੇਦੀ ਸਾਹਿਬ, ਜਿਵੇਂ ਤੁਸੀਂ ਕਿ ਵੀ ਆ ਸਪਾਊਸ ਜਾ ਸਕਦਾ ਨਾਲ, ਪਰ ਇੱਕ ਨਾ ਜਦੋਂ ਸਪਾਊਸ ਤਿਆਰੀ ਕਰਦਾ ਕੋਈ ਲਾਉਂਦਾ ਹੈ, ਆਖਰ ਸਪਾਊਸ ਜਦੋਂ ਮੈਰਿਡ ਬੰਦਾ ਹੁੰਦਾ, ਉਹਦੇ ਕਈ ਵਾਰ ਆਪਣੇ ਵੀ ਗਾਂ ਜਵਾਕ ਹੁੰਦੇ, ਉਹ ਪੜ੍ਹਨ ਜਾ ਰਹੇ ਹੁੰਦੇ, ਉਹਦੇ ਆਪਦੇ ਵੀ ਚਾਈਲਡ ਹੁੰਦੇ ਨੇ, ਫਿਰ ਉਹ ਸਾਰਾ ਬੰਦਾ ਖਰਚਾ ਕਿਵੇਂ ਹੈਂਡਲ ਕਰੂਗਾ? ਨੇ ਆਪਣੀਆਂ ਫੀਸਾਂ ਵੀ ਕੱਢਣੀਆਂ ਹੁੰਦੀਆਂ ਨੇ ਔਰ ਆਪਣੇ ਬੱਚਿਆਂ ਦੀ ਪੜ੍ਹਾਈ ਵੀ ਉਹਨਾਂ ਸਾਰਾ ਕੁਝ ਕਰਨਾ ਹੁੰਦਾ। ਦੇਖੋ ਯੂਕੇ ਦੇ ਜਦੋਂ ਸਪਾਊਸ ਤੁਹਾਡੇ ਨਾਲ ਜਾ ਰਿਹਾ, ਸਪਾਊਸ ਨੂੰ ਡੇ 1 ਤੋਂ ਫੁੱਲ ਟਾਈਮ ਵਰਕਿੰਗ ਰਾਈਟਸ ਹੈਗੇ ਨੇ, ਐਂਡ ਜੌਬਸ ਬਹੁਤ ਹੈਗੀਆਂ ਇਸ ਵੇਲੇ, ਸੈਲਰੀਜ਼ ਹਾਈ ਹੈਗੀਆਂ। ਕਿਤੇ ਨਾ ਕਿਤੇ ਇੰਡੀਅਨ ਕਰੰਸੀ ਨਾਲ ਗੱਲ ਕਰੀਏ ਤਾਂ 3.5 ਲੱਖ ਰੁਪਏ ਬੰਦਾ ਮਹੀਨੇ ਦਾ ਬਣਾ ਰਿਹਾ ਆਪਣਾ, ਇੱਕ ਬੰਦਾ ਕੰਮ ਕਰਕੇ ਮਿਨੀਮਮ। ਸਟੂਡੈਂਟ ਵੀ ਨਾਲ ਪਾਰਟ ਟਾਈਮ ਜੌਬ ਕਰ ਸਕਦਾ। ਬੱਚੇ ਜੇ ਤੁਹਾਡੇ ਪੜ੍ਹਾਈ ਦੀ ਉਮਰ ਵਾਲੇ ਬੱਚੇ ਹੈਗੇ ਯੂਕੇ 'ਚ, ਸਟੂਡੈਂਟ ਦੇ ਬੱਚਿਆਂ ਦੀ ਵੀ ਪੜ੍ਹਾਈ ਫ੍ਰੀ ਹੈਗੀ ਹੈ ਪਬਲਿਕ ਸਕੂਲਸ ਦੇ ਵਿੱਚ, ਸੋ ਯੂ ਡੋਂਟ ਹੈਵ ਟੂ ਸਪੈਂਡ ਅ ਪੈਨੀ ਔਨ ਦੈਟ। ਛੋਟੇ ਬੱਚੇ ਹੈਗੇ ਤਾਂ ਯੈਸ ਘਰ ਬੈਠੇ ਹੈਗੇ, ਤੁਸੀਂ ਉਹਨਾਂ ਦੀ ਦੇਖਭਾਲ ਨਾਲ ਕਰ ਰਹੇ ਹੋ, ਸੋ ਖਰਚੇ ਦੀ ਪ੍ਰੋਬਲਮ ਕੋਈ ਵੀ ਨਹੀਂ ਹੈਗੀ ਹੈ। ਰਾਦਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜੇ ਹਸਬੈਂਡ ਵਾਈਫ ਗਏ ਹੈਗੇ, ਬੱਚਾ ਨਹੀਂ ਹੈਗਾ, ਉਹ ਸਾਰੇ ਖਰਚੇ ਫੀਸਾਂ ਕੱਢ ਕੇ ਟੋਟਲ ਲਿਵਿੰਗ ਐਕਸਪੈਂਸਿਸ ਨਿਕਾਲ ਕੇ ਐਟ ਐਂਡ ਆਫ 3 ਇਅਰਸ ਤੁਹਾਡੇ ਕੋਲ 1.5 ਤੋਂ ਪੌਣੇ 2 ਕਰੋੜ ਰੁਪਏ ਦੀ ਆਪਣੀ ਸੇਵਿੰਗ ਹੋਣੀ ਚਾਹੀਦੀ ਹੈ। ਐਂਡ ਇੱਕ 23-24 ਸਾਲ ਦੇ ਬੰਦੇ ਕੋਲ 1.5 ਕਰੋੜ ਰੁਪਏ ਆਪਣਾ ਹੋਵੇ, ਯੂ ਕੈਨ ਵੈਲ ਇਮੈਜਿਨ, ਤੁਸੀਂ ਵੀ ਉਸੇ ਏਜ ਗਰੁੱਪ 'ਚ ਹੈਗੇ ਹੋ, ਵੀ ਉਹ 1.5 ਕਰੋੜ ਨਾਲ ਕੀ ਕੁਝ ਕਰ ਸਕਦਾ ਲਾਈਫ 'ਚ। ਤੇ ਤਰਵੇਦੀ ਸਾਹਿਬ, ਜਿਵੇਂ ਹੁਣ ਬੱਚੇ ਤਾਂ ਯੂਕੇ ਦਾ ਇੱਕ ਕਹਿ ਲਓ ਵੀ ਬਣਿਆ ਤਾਂ ਹੋਇਆ ਵੀ ਟ੍ਰੈਂਡ ਜਿਹੜਾ ਕਹਿੰਦਾ ਵੀ ਯੂਕੇ ਜਾਣਾ ਜਾਂ ਕੈਨੇਡਾ ਜਾਣਾ, ਫਿਰ ਆਖਰ ਬੱਚੇ ਉੱਥੇ ਜਾ ਕੇ ਯੂਕੇ ਸਟੱਡੀ ਕਰਦੇ ਨੇ, ਚਾਹੇ ਕੋਈ ਮੇਰੇ ਵਾਂਗੂ ਕੋਈ ਹੋਰ ਕੋਰਸ ਇੱਥੋਂ ਸਟੱਡੀ ਕੋਈ ਹੋਰ ਹੁੰਦੀ ਹੈ, ਫਿਰ ਆਖਰ ਉੱਥੇ ਬੱਚਿਆਂ ਦਾ ਜਾ ਕੇ ਫਿਊਚਰ ਕਿਵੇਂ ਦਾ ਹੋਊਗਾ? ਦੇਖੋ ਮਾਸਟਰਸ ਕਰਨ ਜਾਂਦੇ ਹੋ, 1 ਸਾਲ ਦੀ ਮਾਸਟਰਸ ਹੈਗੀ, ਬਾਕੀ ਸਾਰੀ ਦੁਨੀਆ 'ਚ ਮਾਸਟਰਸ 2 ਸਾਲ ਦੀ ਹੈ। ਯੂਕੇ 'ਚ 1 ਸਾਲ ਦੇ ਤਕਰੀਬਨ 10 ਮਹੀਨੇ ਤੁਹਾਡੀ ਮਾਸਟਰਸ ਡਿਗਰੀ ਖਤਮ ਹੋ ਜਾਂਦੀ ਹੈ। 2 ਸਾਲ ਦਾ ਤੁਹਾਨੂੰ ਉਸ ਤੋਂ ਬਾਅਦ ਪਰਮਿਟ ਮਿਲ ਰਿਹਾ, ਜਿੱਥੇ ਤੁਸੀਂ ਕੰਮ ਕਰ ਸਕਦੇ ਹੋ, ਪੋਸਟ ਗ੍ਰੈਜੂਏਟ ਵਰਕ ਵੀਜ਼ਾ 2 ਸਾਲ ਦਾ ਮਿਲ ਰਿਹਾ। ਉਸ ਦੌਰਾਨ ਜੇ ਤੁਹਾਨੂੰ ਅੱਜ ਦੀ ਡੇਟ 'ਚ ਉਹਨਾਂ ਦਾ ਰੂਲ ਹੈ 25,600 ਪਾਉਂਡ ਦੀ ਜੌਬ ਪਰ ਐਨਮ ਪੈਕੇਜ ਮਿਲ ਜਾਂਦਾ ਹੈਗਾ, ਯੂ ਕੈਨ ਅਪਲਾਈ ਫॉर ਫਰਦਰ ਵੀਜ਼ਾ, ਜਿਹਦੇ ਵਿੱਚ ਤੁਹਾਨੂੰ ਉੱਥੇ ਟੀਅਰ 2 ਵੀਜ਼ਾ ਬਣ ਜਾਂਦਾ, ਸੈਟਲਮੈਂਟ ਬਣ ਜਾਂਦੀ ਹੈ। ਪੜ੍ਹਾਈ ਕਰਦੇ ਕਰਦੇ ਤੁਹਾਨੂੰ ਕੋਈ ਨੌਕਰੀ ਦੇ ਰਿਹਾ, ਪੜ੍ਹਾਈ ਵਿੱਚ ਬੈਚਲਰਸ ਵਾਲਿਆਂ ਵਾਸਤੇ ਬੜਾ ਕੁਝ ਹੋ ਰਿਹਾ। ਫਸਟ ਈਅਰ ਦੇ ਵਿੱਚ ਹੀ ਸਟੂਡੈਂਟਸ ਨੂੰ ਕਿਤੇ ਜੌਬ ਆਫਰ ਹੋ ਗਈ ਹੈ ਉੱਥੇ, ਉਹ ਪੜ੍ਹਾਈ ਛੋੜ ਕੇ ਆਪਣਾ ਟੀਅਰ 2 ਵਰਕ ਵੀਜ਼ਾ ਤੇ ਆ ਸਕਦੇ ਨੇ। ਯੂਕੇ 'ਚ ਤੁਸੀਂ 5 ਸਾਲ ਵਰਕ ਵੀਜ਼ਾ ਤੇ ਲਗਾਤਾਰ ਕੱਢ ਲੈਂਦੇ ਹੋ, ਤੁਸੀਂ ਉੱਥੇ ਦੀ PR ਲੈ ਲੈਂਦੇ, ਜਿਹਨੂੰ ਇੰਡੈਫੀਨਿਟ ਵੀਜ਼ਾ ਕਹਿੰਦੇ ਨੇ। 7ਵੇਂ ਸਾਲ ਸਿਟੀਜ਼ਨਸ਼ਿਪ ਔਨ ਆਫਰ ਹੁੰਦੀ ਹੈ। ਉਸ ਤੋਂ ਇੱਕ ਹੋਰ ਜਿਹੜੀ ਵੱਡੀ ਜਿਹੜੀ ਗੱਲ ਹੈਗੀ ਹੈ, ਤੁਸੀਂ ਸਪਾਊਸ ਵੀਜ਼ਾ ਕਿੱਥੇ ਕਿੱਥੇ ਜਾਂਦੇ ਆ? ਆਸਟ੍ਰੇਲੀਆ ਜਾਂਦੇ ਆ, ਕੈਨੇਡਾ 'ਚ ਜਾਂਦੇ ਹੈਗੇ ਆ, ਔਰ ਯੂਕੇ ਜਾਂਦੇ ਹੈਗੇ। ਕਾਲ ਲੈਣਾ ਹੀ ਦੁਬਾਰਾ ਤੁਹਾਨੂੰ ਮੈਨੂੰ ਯਾਦ ਕਰਾਈਏ, ਪੁਆਇੰਟ ਤੁਹਾਨੂੰ ਜ਼ਰੂਰ ਦੱਸਣਾ ਮੈਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਜੀ ਉਹ ਸਿੱਧੇ ਗੱਲ ਕਰ ਰਹੇ ਹੋ ਜੀ, ਮੈਂ ਲਾਈਨ ਦੀ ਗਤੀ ਕੋਈ ਨਹੀਂ ਤੇ ਮੈਂ ਚਾਹਨਾ ਸੀ ਕਿ ਮੈਂ ਆਪਣੀ ਨੈਟਵਰਕ ਕਰਾਂ ਪਕੜ। ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਮੇਰੇ ਨੈਟਵਰਕ ਇਸ਼ੂ ਕਰਕੇ ਕਾਲ ਡਿਸਕਨੈਕਟ ਹੋ ਗਈ। ਜਿਵੇਂ ਉਹ ਸਵਾਲ ਤੁਹਾਨੂੰ ਕੀਤਾ ਸੀ ਉਹਦਾ। ਹੈਲੋ, ਹਾਂਜੀ ਆ ਗਈ ਜੀ, ਦੁਬਾਰਾ ਤੁਹਾਡੀ ਆਵਾਜ਼ ਆ ਗਈ, ਬੋਲੋ ਜੀ। ਓਕੇ ਸਰ, ਜੀ ਮੈਂ ਕਹਿ ਰਿਹਾ ਸੀ ਮੈਂ ਤੁਹਾਨੂੰ ਕੋਈ ਕਾਲ ਡਿਸਕਸ ਕਰਨੀ ਸੀਗੀ। ਜੀ ਬੋਲੋ ਜੀ। ਪਹਿਲੇ ਮੇਰੀ ਹੈ ਕਿ ਮੈਂ +2 ਨੂੰ ਮੈਡੀਕਲ ਕੀਤੀ ਹੈਗੀ ਹੈ। ਕਿਹੜੇ ਸਾਲ 'ਚ ਕੀਤੀ +2 ਸੀ? 2019। ਕਿਹੜੇ ਬੋਰਡ ਤੋਂ ਕੀਤੀ ਹੈ? ਹਿਮਾਚਲ ਬੋਰਡ ਤੋਂ ਜੀ। ਓਕੇ, ਕਿੰਨੇ % ਨੰਬਰ ਹੈ ਤੁਹਾਡੇ +2 ਚੋਂ? 73% ਹੈ ਸਰ। ਆਈਲਟਸ ਕਿੰਨਾ ਕੀ ਸਕੋਰ ਹੈਗਾ ਜੀ?
आयल्स नहीं की सर, मैं विदाउट आयल्स आंदा सीगा। इंग्लिश मीडियम पढ़े हो प्लस 2 इंग्लिश सर मेरे 85% नहीं, मीडियम ऑफ इंस्ट्रक्शन इंग्लिश ਸੀਗਾ? नहीं सर। ਓਕੇ, यूके करना चाहते हो? बिल्कुल सर। देखो ਤੁਹਾਨੂੰ ਆਇਲਟਸ ਕਰਨਾ ਪੈਣਾ ਹੈਗਾ। 2019 ਦੀ 12th ਹੈ ਤੁਹਾਡੀ, ਇਸ ਵੇਲੇ ਜਿਹੜਾ ਬਿਨਾਂ ਆਇਲਟਸ ਹੋ ਰਿਹਾ 2020 ਦੀ ਉਹ 'ਚ, ਇੱਕ ਜਿਹੜੀ ਲਾਸਟ ਦੱਸਿਆ ਉਹਨਾਂ ਨੇ 2020 ਔਨਵਰਡਸ ਪਲੱਸ 2 ਵਾਲੇ ਬਿਨਾਂ ਆਇਲਟਸ ਤੋਂ ਕਰ ਸਕਦੇ ਆ, ਪਰ ਨਾਲ ਇੰਗਲਿਸ਼ ਮੀਡੀਅਮ 'ਚ ਪੜ੍ਹੇ ਹੋਣੇ ਚਾਹੀਦੇ ਹੋ। ਤੁਸੀਂ ਇਮਾਨਦਾਰੀ ਨਾਲ ਦੱਸਤਾ ਤੁਸੀਂ ਇੰਗਲਿਸ਼ ਮੀਡੀਅਮ ਨਹੀਂ ਪੜ੍ਹੇ ਹੋ, ਸੋ ਦੈਟਸ ਫਾਈਨ, ਬਟ ਬੇਟਾ ਆਇਲਟਸ ਕਰ ਲਓ। 5.5 ਈਚ ਦਾ ਤੁਹਾਡਾ ਸਕੋਰ ਜ਼ਰੂਰ ਆ ਜਾਏਗਾ, ਉਹ ਮਿਹਨਤ ਕਰਕੇ ਕਰ ਲਓ। ਸਾਡੇ ਕੋਲ ਇੱਥੇ ਜਲੰਧਰ ਆ ਕੇ ਆਇਲਟਸ ਦੀ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹੋ, ਵੀ ਡੂ ਦੈਟ ਟੂ, ਅਸੀਂ ਇੰਗਲਿਸ਼ ਆਇਲਟਸ ਦੀ ਟ੍ਰੇਨਿੰਗ ਵੀ ਦਿੰਦੇ ਆ। 5.5 ਈਚ ਮਿਨੀਮਮ ਲੈ ਕੇ ਤੁਸੀਂ ਯੂਕੇ ਜਾਣ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ। ਇਸ ਤਰੀਕੇ ਨਾਲ ਤੁਹਾਨੂੰ ਕੋਈ ਵੀ ਕਹਿੰਦਾ ਵੀ ਬਿਨਾਂ ਆਇਲਟਸ ਤੋਂ ਚਲੇ ਜਾਓਗੇ, ਦੈਟ ਇਜ਼ ਨਾਟ ਪੋਸੀਬਲ। ਸਰ ਇੱਕ ਹੋਰ ਚੀਜ਼ ਹੈ ਕਿ ਜਿਵੇਂ ਮੈਂ ਸੁਣਿਆ ਡੁਓਲਿੰਗੋ ਐਗਜ਼ਾਮ ਹੁੰਦਾ ਵਾ ਇੱਕ ਜੀ, ਇੱਕ ਸਰ ਮੈਂ ਉਹ ਕਰ ਫਿਰ ਚਾਂਸ ਨਹੀਂ ਮਾਰੇ। ਡੂਓਲਿੰਗੋ ਵੀ ਯੈਸ, ਅ ਫਿਊ ਯੂਨੀਵਰਸਿਟੀਜ਼ ਐਕਸੈਪਟ ਡੂਓਲਿੰਗੋ ਕਰ ਸਕਦੇ ਹੈਗੇ ਹੋ। ਜੇ ਤੁਸੀਂ ਇੰਗਲਿਸ਼ ਮੀਡੀਅਮ 'ਚ ਪੜ੍ਹੇ ਹੁੰਦੇ ਨਾ, ਕੁਝ ਯੂਨੀਵਰਸਿਟੀਜ਼ ਦਾ ਆਪਣਾ ਇੰਟਰਨਲ ਟੈਸਟ ਵੀ ਹੈਗਾ, ਤੁਹਾਨੂੰ ਅਸੀਂ ਉਹ ਵੀ ਦਿਲਵਾ ਸਕਦੇ ਸੀਗੇ। ਸੋ ਦੇਅਰ ਆਰ ਐਨ ਨੰਬਰ ਆਫ ਪੋਸੀਬਿਲਿਟੀਜ਼, ਬਟ ਫਿਰ ਵੀ ਤੁਹਾਨੂੰ ਮੈਂ ਕਹਾਂਗਾ ਆਇਲਟਸ ਕਰ ਲਓ, ਬਿਕੋਜ਼ ਆਇਲਟਸ ਨਾਲ ਓਪਰਚੁਨਿਟੀਜ਼ ਵੱਧ ਜਾਣਗੀਆਂ, ਤੁਹਾਡੇ ਕੋਲ ਨੰਬਰ ਆਫ ਯੂਨੀਵਰਸਿਟੀਜ਼ ਚੋਇਸ ਵੱਧ ਜਾਏਗੀ। ਡੂਓਲਿੰਗੋ ਨਾਲ ਬੜੀ ਲਿਮਿਟਡ ਚੋਇਸ ਹੈ, ਬਟ ਯੈਸ ਠੀਕ ਕਹਿ ਰਹੇ ਹੋ, ਤੁਸੀਂ ਡੂਓਲਿੰਗੋ ਨਾਲ ਵੀ ਜਾ ਸਕਦੇ ਹੋ। ਓਕੇ ਠੀਕ ਹੈ ਸਰ। ਓਕੇ ਜੀ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਫਿਊਚਰ ਸੀ, ਬਹੁਤ ਸਾਰੇ ਨਵੇਂ ਜੋੜੇ ਜਾਂਦੇ ਆ ਆਪਣੇ ਕੋਲ ਜਿਨ੍ਹਾਂ ਦੀ ਸ਼ਾਦੀ 6 ਮਹੀਨੇ, ਸਾਲ, 1.5 ਸਾਲ ਹੋਇਆ। ਸੋ ਜੇ ਉਹਨਾਂ ਦਾ ਬੱਚਾ ਯੂਕੇ 'ਚ ਪੈਦਾ ਹੁੰਦਾ, ਉਹ ਬੱਚਾ ਯੂਕੇ ਦੀ ਸਿਟੀਜ਼ਨਸ਼ਿਪ ਦੇ ਲਈ ਕੁਆਲੀਫਾਈ ਕਰਦਾ, ਉਹਦਾ ਰੈੱਡ ਪਾਸਪੋਰਟ ਬਣਦਾ, ਔਰ ਉਸ ਬੱਚੇ ਦੇ ਬੇਸ ਦੇ ਉੱਤੇ ਮਾਂ-ਬਾਪ ਲਈ ਵੀ ਬੜਾ ਕੁਝ ਫਾਇਦਾ ਹੋ ਜਾਂਦਾ। ਇਹੀ ਆਸਟ੍ਰੇਲੀਆ ਜਾਂ ਕੈਨੇਡਾ 'ਚ ਉਸ ਬੱਚੇ ਨੂੰ ਉਸ ਕੰਟਰੀ ਦਾ ਪਾਸਪੋਰਟ ਨਹੀਂ ਮਿਲਦਾ, ਉਹਨੂੰ ਇੰਡੀਅਨ ਪਾਸਪੋਰਟ ਲੈਣਾ ਪੈਂਦਾ। ਸੋ ਯੂਕੇ ਤੁਹਾਨੂੰ ਇਹ ਬਹੁਤ ਵੱਡੀ ਓਪਰਚੁਨਿਟੀ ਦੇ ਰਿਹਾ ਹੈ ਜੇ ਮਾਸਟਰਸ ਲਈ ਜਾ ਰਹੇ ਹੋ, ਹਸਬੈਂਡ ਵਾਈਫ ਜਾ ਰਹੇ ਹੋ। ਸੋ ਇਫ ਯੂ ਹੈਵ ਅ ਕਿਡ ਦੇਅਰ ਦੈਨ ਯੈਸ, ਉਹ ਬੱਚਾ ਵੀ ਉੱਥੇ ਯੂਕੇ ਦਾ ਸਿਟੀਜ਼ਨ ਬਣ ਜਾਏਗਾ। ਤਾਂ ਤ੍ਰਿਵੇਦੀ ਸਾਹਿਬ, ਜਿਵੇਂ ਹੁਣ ਇਹ ਬੱਚੇ ਨੇ ਕਿਹਾ ਸੀ ਕਿ ਡੂਓਲਿੰਗੋ ਦਾ, ਤਾਂ ਪਰ ਜਿਵੇਂ ਹੁਣ ਜੇ ਪਲੱਸ 2 ਦੇ ਵਿੱਚ ਕਿਸੇ ਦੇ ਇੰਗਲਿਸ਼ ਮੀਡੀਅਮ 'ਚੋਂ ਨੰਬਰ ਘੱਟ ਆਏ ਨੇ, ਔਰ ਉਹਦੇ ਲਈ ਬੈਸਟ ਕੀ ਹੋਊਗਾ? ਡੂਓਲਿੰਗੋ ਕਰੇ ਬੈਸਟ ਆਇਲਟਸ ਰਹੇਗਾ ਜੀ। ਆਇਲਟਸ ਕਰਨਾ ਹਮੇਸ਼ਾ ਬਿਹਤਰ ਰਹੇਗਾ। ਜੇ ਤੁਹਾਨੂੰ ਲੱਗਦਾ ਤੁਹਾਡੇ ਆਇਲਟਸ 'ਚ ਨੰਬਰ ਘੱਟ 5 ਬੈਂਡ ਹੀ ਆਣੇ ਆ, ਹੁੰਦਾ ਹਜੇ ਬੱਚੇ ਵੀ ਹੈਗੇ ਨਹੀਂ 5 ਬੈਂਡ ਤੋਂ ਵੱਧ ਨਹੀਂ ਆ ਪਾਉਂਦੇ, UKVI ਆਇਲਟਸ ਤੋਂ, UKVI ਆਇਲਟਸ 'ਚੋਂ ਜੇ ਤੁਹਾਡੇ ਓਵਰਆਲ 5 ਨੇ, ਇੱਕ 'ਚੋਂ 4.5 ਵੀ ਹੈਗੇ ਨੇ, ਸਟਿਲ we can process it for foundation courses. Foundation courses ਲਈ UKVI IELTS ਕੰਪਲਸਰੀ ਹੈ, ਔਰ 5 ਬੈਂਡ ਦੇ ਨਾਲ ਫਾਊਂਡੇਸ਼ਨ ਕੋਰਸਸ ਲਏ ਜਾ ਸਕਦੇ ਨੇ। ਤਾਂ ਹੁਣ ਜਿਵੇਂ ਸਤੰਬਰ ਇਨਟੇਕ ਵੀ ਆ ਰਿਹਾ, ਤਾਂ ਉਹਦੇ ਲਈ ਕੀ ਨਵਾਂ ਖਾਸ ਆਇਆ ਜੀ? ਦੇਖੋ ਨਵਾਂ ਤੇ ਹੀ ਕੋਰਸਸ ਬੜੀ ਜਲਦੀ ਫਿਲ ਆਊਟ ਹੋ ਰਹੇ ਨੇ। ਲੋਕਾਂ ਨੂੰ ਲੱਗ ਰਿਹਾ ਸੀਗਾ UK ਰਿਕੁਆਇਰਮੈਂਟ ਘੱਟ ਹੈਗੀ ਹੈ, ਬੜੇ ਘੱਟ ਲੋਕਾਂ ਨੇ ਜਾਣਾ ਹੈ, ਬਟ ਯੂ ਵਿਲ ਬੀ ਸਰਪ੍ਰਾਈਜ਼ਡ ਟੂ ਨੋ ਕਾਫੀ ਸਾਰੀ ਯੂਨੀਵਰਸਿਟੀਜ਼ ਆਲਰੇਡੀ ਸੈਪਟੰਬਰ ਇਨਟੇਕ ਨੂੰ ਕਲੋਜ਼ ਕਰ ਚੁੱਕੀਆਂ ਨੇ, ਬਿਕੋਜ਼ ਪ੍ਰੋਸੈਸ ਜਿਹੜਾ ਆਲਮੋਸਟ 2 ਤੋਂ 2.5 ਮਹੀਨੇ ਦਾ ਹੋ ਗਿਆ। ਯੂਕੇ ਦਾ 2-2.5 ਮਹੀਨੇ ਦਾ ਪ੍ਰੋਸੈਸ ਹੋ ਗਿਆ। 15-20 ਦਿਨ ਯੂਨੀਵਰਸਿਟੀ ਲੈ ਰਹੀ ਹੈਗੀ ਸਾਰੇ ਪ੍ਰੋਸੈਸ ਨੂੰ ਕਰਨ ਨੂੰ, ਮਹੀਨਾ ਪੁਰਾਣੇ ਫੰਡਸ ਵੀ ਚਾਹੀਦੇ ਹੈਗੇ ਆ, ਐਂਡ ਐਮਬੈਸੀ ਵੀ 1 ਮਹੀਨੇ ਤੋਂ ਉੱਪਰ ਲੈ ਰਹੀ ਹੈ ਇਸ ਵੇਲੇ। ਪ੍ਰਾਇੋਰਟੀ ਸ਼ੁਰੂ ਨਹੀਂ ਕੀਤੀ ਯੂਕੇ ਨੇ, ਸੋ ਸਟਿਲ ਇਟ ਇਜ਼ ਵੈਰੀ ਗੁੱਡ ਟਾਈਮ ਜੇ ਆਪਾਂ ਸੈਪਟੰਬਰ ਇਨਟੇਕ ਵੱਲ ਚੱਲਦੇ ਹਾਂ, ਬਿਕੋਜ਼ 15-20 ਦਿਨ ਦੀ ਐਕਸਟੈਂਸ਼ਨ ਵੀ ਆਣੀ ਉਹਦੇ 'ਚ, ਵੀ ਕੈਨ ਮੀਟ ਦ ਡੈਡਲਾਈਨਸ ਐਂਡ ਅਪਲਾਈ ਫॉर ਸੈਪਟੰਬਰ ਇਨਟੇਕ। ਬਟ ਜੇ ਇਹੀ 15-20 ਦਿਨ ਹੋਰ ਆਪਾਂ ਇਸ 'ਚ ਪਾ ਦਿੱਤੇ, ਫਿਰ ਸੈਪਟੰਬਰ ਇਨਟੇਕ ਨਿਕਲ ਜਾਣਾ, ਫਿਰ ਆਪਾਂ ਨੂੰ ਜਨਵਰੀ ਇਨਟੇਕ ਦੀ ਵੇਟ ਕਰਨੀ ਪੈਣੀ। ਤਾਂ ਤ੍ਰਿਵੇਦੀ ਸਾਹਿਬ, ਜਿਵੇਂ ਇੱਕ ਜ਼ਿਕਰ ਕਰਦਾ ਪਰ ਕਾਲ ਆ ਗਈ ਹੈ, ਤਾਂ ਆਪਾਂ ਕਾਲ ਪਹਿਲਾਂ ਕਰ ਲਈ, ਫਿਰ ਆਪਾਂ ਸਵਾਲ ਕਰ ਦਾਂਗੇ। ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ PTC ਲਾਈਵ ਤੋਂ ਗੱਲ ਕਰ ਰਹੇ ਹੋ ਨਾ? ਬਿਲਕੁਲ ਜੀ ਸਰ, ਮੈਂ ਐਕਚੁਅਲੀ ਨਾ ਆਪਣਾ ਪਲੱਸ 2 ਦਾ ਕਨਫਰਮ ਕਰਨਾ ਸੀ। ਪਲੱਸ 2 ਕੀਤੀ ਹੋਈ ਹੈ ਆਪਣੇ 2018 ਦੇ ਵਿੱਚ। ਓਕੇ, ਕੀ ਸਬਜੈਕਟਸ ਔਰ ਕਿਹੜਾ ਬੋਰਡ? ਸਰ ਮੈਂ ਆਰਟਸ ਦੇ ਵਿੱਚ ਵੈਸੇ ਰੱਖਿਆ ਹੋਇਆ ਜੀ। ਔਰ ਬੋਰਡ ਕਿਹੜਾ ਜੀ? ਹਾਂਜੀ, ਬੋਰਡ ਕਿਹੜੇ ਤੋਂ ਕੀਤੀ ਹੈ 12th? ਸਰ PSCB। ਓਕੇ, ਆਇਲਟਸ ਦਾ ਕੀ ਸਕੋਰ ਹੈ ਜੀ? ਸਰ ਆਇਲਟਸ ਮੇਰੇ ਨਾ ਸਰ 2 ਚੋਂ 5.5 ਹੈ ਔਰ 2 ਚੋਂ 6 ਹੈ। ਓਵਰਆਲ 6 ਹੈਗੇ ਆ। ਕਿਸੇ ਕੰਟਰੀ ਦਾ ਰਿਫਿਊਜ਼ਲ ਹੈਗਾ? ਸਰ ਯੂਕੇ ਦਾ ਕਨਫਰਮ ਕਰਨਾ ਵੈਸੇ। ਨਹੀਂ, ਰਿਫਿਊਜ਼ਲ ਤੇ ਨਹੀਂ ਹੈ ਕਿਸੇ ਕੰਟਰੀ ਦਾ? ਨਹੀਂ ਸਰ, ਫਸਟ ਟਾਈਮ ਹੀ ਟਰਾਈ ਕਰਨਾ। ਓਕੇ, ਦੇਖੋ ਯੂਕੇ ਜਾ ਸਕਦੇ ਹੋ ਜੀ, ਸੈਪਟੰਬਰ ਇਨਟੇਕ ਓਪਨ ਹੈਗਾ। ਅੰਡਰ ਗ੍ਰੈਜੂਏਟ ਕੋਰਸਿਸ ਕਾਫੀ ਸਾਰੀ ਯੂਨੀਵਰਸਿਟੀ ਸਾਡੇ ਕੋਲ ਆਪਸ਼ਨਸ ਹੈਗੀਆਂ, ਜਿੱਥੇ 2018 12th ਵਾਲੇ ਨੂੰ ਅਸੀਂ ਦਾਖਲਾ ਦਿਲਵਾ ਸਕਦੇ ਹੈਗੇ ਆ। ਬਟ ਜਦੋਂ ਤੁਸੀਂ ਜੇ ਆ ਸੈਪਟੰਬਰ ਇਨਟੇਕ ਨਹੀਂ ਲਿਆ, ਜੇ ਜਨਵਰੀ ਤੱਕ ਤੁਸੀਂ ਗਏ, ਫਿਰ 2018 ਵਾਸਤੇ ਬਹੁਤ ਲਿਮਿਟਿਡ ਆਪਸ਼ਨਸ ਰਹਿ ਜਾਣਗੀਆਂ। ਬਹੁਤ ਸਾਰੀ ਯੂਨੀਵਰਸਿਟੀ ਨੇ ਉਦੋਂ ਲੈਣਾ ਨਹੀਂ ਤੁਹਾਨੂੰ। ਸੋ ਤੁਹਾਡੇ ਲਈ ਇੰਪੋਰਟੈਂਟ ਹੈਗਾ ਜੇ 2018 ਪਾਸ ਆਊਟ ਹੋ ਤੇ ਸੈਪਟੰਬਰ ਇਨਟੇਕ ਨੂੰ ਪ੍ਰਾਇੋਰਟੀ ਵਾਸਤੇ ਸ਼ੁਰੂ ਕਰਕੇ ਤੇ ਵੀਜ਼ਾ ਲੈ ਲਓ ਸੈਪਟੰਬਰ ਇਨਟੇਕ ਦਾ।
ਠੀਕ ਹੈ ਜੀ। ਤੇ ਸਰ ਇਹ 'ਚ ਸਿੰਗਲ ਹੀ ਜਾ ਸਕਦੇ ਜਾਂ ਸਪਾਊਸ ਵੀ ਕਰ ਸਕਦੇ? +2 ਤੋਂ ਬਾਅਦ ਸਿੰਗਲ ਹੀ ਜਾਂਦਾ ਹੈਗਾ ਬੱਚਾ। Yes, your spouse can come to UK later on a visitor visa, but work visa ਤੇ spouse ਨੇ ਨਹੀਂ ਜਾਣਾ ਜੇ 12ਵੀਂ ਤੋਂ ਬਾਅਦ ਜਾ ਰਹੇ ਹੋ ਤੇ। ਬੈਚਲਰਸ ਤੋਂ ਬਾਅਦ ਦੋਨੋਂ ਜਾਣੇ ਇਕੱਠੇ ਜਾਂਦੇ ਔਰ ਸਪਾਊਸ ਜਿਹੜਾ ਫੁੱਲ ਟਾਈਮ ਵਰਕ ਰਾਈਟ ਤੇ ਜਾਂਦਾ। ਠੀਕ ਹੈ ਸਰ। ਸਰ ਜੇ ਤੁਹਾਨੂੰ ਮਿਲਣਾ ਹੋਵੇ ਤਾਂ ਮੈਂ ਕਿੱਥੇ ਮਿਲ ਸਕਦਾ? ਤੁਸੀਂ ਮੈਨੂੰ ਜਲੰਧਰ ਆਫਿਸ ਮਿਲ ਸਕਦੇ ਹੋ, ਅੰਮ੍ਰਿਤਸਰ ਵਿਜ਼ਿਟ ਕਰ ਸਕਦੇ ਹੋ। ਨੰਬਰ ਤੁਹਾਡੇ ਕੋਲ ਸਕਰੀਨ ਤੇ ਹੈਗਾ ਬੇਟਾ 9216355355। ਕਾਲ ਕਰਕੇ ਅਪਾਇੰਟਮੈਂਟ ਫਿਕਸ ਕਰੋ ਤੇ ਮੈਨੂੰ ਮਿਲ ਸਕਦੇ ਹੋ ਆ ਕੇ। ਠੀਕ ਹੈ ਸਰ। ਤੇ ਸਰ ਕੋਈ ਟਾਈਮਿੰਗ ਦਾ ਵੀ ਹੈਗਾ ਕਿੰਨੇ ਤੋਂ ਕਿੰਨੇ? 10 ਤੋਂ 6 ਆਪਣਾ ਆਫਿਸ ਹੁੰਦਾ ਜੀ, ਕਦੀ ਵੀ ਆ ਸਕਦੇ ਹੋ ਉਹਦੇ 'ਚ। ਠੀਕ ਹੈ ਸਰ। ਮੈਂ ਆਉਣਾ ਫਿਰ ਕੱਲ। ਲੁਕਿੰਗ ਫਾਰਵਰਡ। ਓਕੇ ਜੀ ਦੋਸਤੋ, ਨੰਬਰ ਜਿਹੜਾ ਸਕਰੀਨ ਤੇ ਹੈਗਾ 9216355355। ਤੁਸੀਂ WhatsApp ਰਾਹੀਂ ਵੀ ਆਪਣੇ ਡਾਕੂਮੈਂਟਸ, ਆਪਣਾ ਜੋ ਕੁਐਸਚਨ ਹੈਗਾ ਸਾਨੂੰ ਪੁੱਛ ਸਕਦੇ ਹੋ। ਆਵਰ ਟੀਮ ਵਿਲ ਬੀ ਵੈਰੀ ਹੈਪੀ ਟੂ ਗਿਵ ਯੂ ਰਿਪਲਾਈ ਔਨ ਦੈਟ ਟੂ। ਤਾਂ ਤ੍ਰਿਵੇਦੀ ਸਾਹਿਬ, ਮੈਂ ਕਹਿੰਦਾ ਵੀ ਇੱਕ ਸਵਾਲ ਮੇਰਾ ਇਹਦੇ ਬੱਚੇ ਦੇ ਕੁਐਸਚਨ ਚੋਂ ਨਿਕਲ ਆਇਆ, ਜਿਵੇਂ ਤੁਸੀਂ ਕਿਹਾ ਵੀ +2 ਤੋਂ ਬਾਅਦ ਤੁਸੀਂ ਸਪਾਊਸ ਨਹੀਂ ਕਰ ਸਕਦੇ, ਪਰ ਪੰਜਾਬ ਦੇ ਵਿੱਚ ਇੱਕ ਅਜਿਹਾ ਦੌਰ ਲੈ ਲਓ ਜਾਂ ਇਹੋ ਜਿਹਾ ਇੱਕ ਕਨਸੈਪਟ ਜਿਹੜਾ ਬਣਿਆ ਹੋਇਆ, ਬੱਚੇ +2 ਤੋਂ ਬਾਅਦ ਸਪਾਊਸ ਲਾਉਣਾ ਚਾਹੁੰਦੇ ਨੇ। ਹਰ ਇੱਕ ਬੱਚਾ ਜੇ ਕੈਨੇਡਾ ਦਾ ਲਾਉਣਾ ਉਹਨੇ ਤਾਂ ਵੀ ਕਹਿੰਦਾ ਵੀ ਨਹੀਂ ਮੈਂ +2 ਤੋਂ ਬਾਅਦ ਵਿਆਹ ਕਰਵਾ ਕੇ ਹੀ ਲਾਉਂ। ਫਿਰ ਇਹ ਕਿੰਨੇ ਕੁ ਚਾਂਸਸ ਹੈਗੇ ਨੇ? +2 ਤੋਂ ਬਾਅਦ ਜੇ ਤੁਹਾਡੀ ਸ਼ਾਦੀ ਹੋ ਗਈ ਨਾ, ਆਸਟ੍ਰੇਲੀਆ ਯੂ ਕਾਂਟ ਅਪਲਾਈ ਬਿਕਾਜ਼ ਆਸਟ੍ਰੇਲੀਅਨ ਯੂਨੀਵਰਸਿਟੀਜ਼ 12ਵੀਂ ਤੋਂ ਬਾਅਦ ਸਪਾਊਸ ਦੇ ਨਾਲ ਐਡਮਿਸ਼ਨ ਹੀ ਨਹੀਂ ਦਿੰਦੀਆਂ। UK ਯੈਸ ਯੂ ਕੈਨ ਅਪਲਾਈ, ਬਟ ਤੁਹਾਡੇ ਸਪਾਊਸ ਦਾ ਨਾਲ ਵੀਜ਼ਾ ਨਹੀਂ ਲੱਗਣਾ। ਲੇਟਰ ਔਨ ਹੀ ਕੈਨ ਅਪਲਾਈ ਔਨ ਟੂਰਿਸਟ ਵੀਜ਼ਾ। ਟੂਰਿਸਟ ਵੀਜ਼ਾ ਦੇ ਉੱਤੇ ਜਾ ਸਕਦਾ ਹੈਗਾ। ਤੀਸਰਾ ਕੰਟਰੀ ਬਚਦਾ ਕੈਨੇਡਾ, ਉੱਥੇ ਇਕੱਠੇ ਤੇ ਅਪਲਾਈ ਨਹੀਂ ਹੁੰਦਾ, ਬਟ 12ਵੀਂ ਤੁਸੀਂ ਕੀਤੀ, ਮੈਰਿਡ ਹੈਗੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ, ਤੁਹਾਡਾ ਵੀਜ਼ਾ ਵੀ ਲੱਗ ਜਾਏਗਾ। 8 10 12 ਮਹੀਨੇ ਬਾਅਦ ਤੁਹਾਡੇ ਸਪਾਊਸ ਦਾ ਵੀ ਤੁਹਾਡੇ ਕੋਲ ਉੱਥੇ ਪਹੁੰਚ ਜਾਣਾ ਹੈਗਾ। ਸ਼ਾਦੀ ਜੈਨੂਇਨ ਹੋਣੀ ਚਾਹੀਦੀ ਹੈ। ਇੱਕ ਗੱਲ ਮੈਂ ਅਪੀਲ ਕਰਨਾ ਚਾਹਾਂਗਾ ਤੁਹਾਡੇ ਇਸ ਚੈਨਲ ਰਾਹੀਂ, ਜਿਹੜਾ ਇੱਕ ਸ਼ਾਦੀ ਹੈ ਨਾ, ਇੱਕ ਮੈਰਿਜ ਇੱਕ ਇੰਸਟੀਟਿਊਸ਼ਨ ਹੈਗਾ ਸਾਡੀ ਸੋਸਾਇਟੀ ਦੇ ਵਿੱਚ, ਬੜਾ ਪਵਿੱਤਰ ਬੰਧਨ ਹੈਗਾ। ਬਾਹਰ ਜਾਣ ਸਦਕਾ ਇਹਨੂੰ ਮਿਸਯੂਜ਼ ਨਾ ਕਰੋ। ਜਾਲੀ ਸ਼ਾਦੀਆਂ ਬਿਲਕੁਲ ਨਾ ਕਰਾਓ। ਸ਼ਾਦੀ ਕਰਾਉਣਾ ਕੋਈ ਪਾਪ ਨਹੀਂ ਹੈ, ਉਹਨੂੰ ਪਾਪ ਨਾ ਬਣਾ ਦਿਓ ਨਕਲੀ ਸ਼ਾਦੀਆਂ ਕਰਾ ਕੇ। ਬਿਲਕੁਲ ਜੀ, ਅੱਜ ਦੀ ਜਾਣਕਾਰੀ ਦੇਣ ਲਈ ਸੁਸ਼ਾਂਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਵੈਰੀ ਮਚ ਜੀ। ਤਾਂ ਬਿਲਕੁਲ ਜੀ, ਜੇ ਅੱਜ ਦੀ ਜਾਣਕਾਰੀ ਲੱਗੀ ਆ ਤਾਂ ਮੈਂ ਆਸ ਕਰਦਾ ਵੀ ਤੁਸੀਂ ਵੀ, ਸਾਡੀ ਕੋਸ਼ਿਸ਼ ਇਹ ਹੁੰਦੀ ਵੀ ਤੁਸੀਂ ਚੰਗੇ ਇਮੀਗ੍ਰੇਸ਼ਨ ਤੋਂ ਜਾਓ, ਕਿਉਂਕਿ ਹੁਣ ਜਿਵੇਂ ਅੱਜ ਕੱਲ੍ਹ ਇੱਕ ਟ੍ਰੈਂਡ ਹੋਇਆ ਵੀ ਜੇ ਕਿਸੇ ਨੇ ਅਪਲਾਈ ਕਰਨਾ ਤਾਂ ਉਹ ਨਕਲੀ ਵਿਆਹ ਕਰਵਾ ਕੇ ਕਹਿੰਦਾ ਵੀ ਸਾਡਾ ਬਸ ਵੀਜ਼ਾ ਲੱਗ ਜੇ, ਅਸੀਂ UK ਚਲੀਏ, ਅਸੀਂ ਕੈਨੇਡਾ ਚਲੀਏ, ਪਰ ਇਦਾਂ ਦੇ ਗਲਤ ਤਰੀਕੇ ਨਾ ਅਪਣਾਓ। ਤਾਂ ਅੱਜ ਦੀ ਜਾਣਕਾਰੀ ਜੇ ਤੁਹਾਨੂੰ ਵਧੀਆ ਲੱਗੀ, ਜੇ ਤੁਸੀਂ ਹੋਰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜੇ ਥੱਲੇ ਹੈਲਪਲਾਈਨ ਨੰਬਰ ਦਿੱਤੇ ਆ ਇਹਦੇ ਉੱਪਰ ਕਾਲ ਕਰ ਸਕਦੇ ਹੋ, ਜਾਂ ਇਹਨਾਂ ਨੂੰ ਜਲੰਧਰ ਔਰ ਅੰਮ੍ਰਿਤਸਰ ਆਫਿਸ ਦੇ ਵਿੱਚ ਵਿਜ਼ਿਟ ਕਰਕੇ ਮਿਲ ਸਕਦੇ ਹੋ। ਧੰਨਵਾਦ, ਸਤਿ ਸ਼੍ਰੀ ਅਕਾਲ।